ਵਾਹਿਗੁਰੂ ਸਾਹਿਬ ਜੀ। तुम करो दया मेरे साईं, ऐसी मत दीजै मेरे ठाकुर, सदा सदा तुध ध्याईं। हक परवर हक केश, गुर करता हर राय। सुल्तान हम दरवेश, गुर करता हर राय। सतगुर मेरा बेहमोताज, सतगुर मेरा सच्चा साज। सतगुर मेरा पुरख विधाता, सतगुर मेरा सबस का दाता। सतगुर मेरा पुरख विधाता, गुर जैसा नाही को देव। जिस मस्तक भाग, सो लागा सेव। ਸਾਹਿਬ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਬਰਦੋ ਆਲਮ ਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਜਿੰਨੇ ਗੁਰ ਦਰਬਾਰ ਵਿੱਚ ਮੌਜੂਦ ਹੋ, ਅਸੀਸ ਬਖਸ਼ੋ। ਸ਼ਬਦ ਵਿਚਾਰ ਤੋਂ ਉਪਰੰਤ ਜੋ ਇਸ ਪਾਵਨ ਦਰਬਾਰ ਦੀ ਮਰਿਆਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ, ਜਿੱਥੇ ਅਸੀਂ ਪਿੱਛੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਵਿਚਾਰ ਕੀਤੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਕਥਾ ਰੂਪ ਦੇ ਵਿੱਚ ਕੀਤੀ। ਅੱਜ ਆਪ ਸੰਗਤਾਂ ਦੇ ਨਾਲ ਗੁਰਦੇਵ ਪਿਤਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀਆਂ ਬਾਬਾਣੀਆਂ ਕਹਾਣੀਆਂ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਮਾਂ ਬਖਸ਼ਿਆ ਅਤੇ ਸਾਂਝ ਪਾਉਣ ਦੀ ਮਨ ਦੇ ਵਿੱਚ ਇੱਕ ਪ੍ਰੀਤ ਪੈਦਾ ਹੋਈ ਹੈ। ਆਪ ਅਸੀਸ ਬਖਸ਼ੋ, ਜਿੰਨੇ ਗੁਰਦੇਵ ਪਿਤਾ ਜੀ ਦੇ ਚਰਨਾਂ ਕਮਲਾਂ 'ਚ ਮੌਜੂਦ ਹੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਿਚਾਰ ਆਰੰਭਣ ਤੋਂ ਪਹਿਲਾਂ ਸੁਰਤ ਸਤਿਗੁਰ ਜੀ ਦੀ ਬਾਣੀ, ਸ਼ਬਦ, ਕਥਾ, ਇਤਿਹਾਸ ਵਿੱਚ ਜੁੜ ਸਕੇ। ਸਤਿਗੁਰ ਜੀ ਰਹਿਮਤ ਕਰਨ, ਆਪ ਵਿਚਾਰਾਂ ਕਰਾਉਣ। ਗੱਜ ਕੇ ਗੁਰੂ ਬਖਸ਼ੀ ਫਤਿਹ। ਸਾਰੀ ਸਾਂਝੀ ਕਰੋ, ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਆਮਦ 1630 ਈਸਵੀ ਦੀ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਅਸੀਂ ਵਿਚਾਰਾਂ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਪਾਵਨ ਸਥਾਨ ਗੁਰਦੇਵ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਯਾਦ ਦੇ ਵਿੱਚ ਮੰਨਿਆ ਹੋਇਆ ਔਰ ਉਹਨਾਂ ਦੇ ਨਾਮ 'ਤੇ ਇਸ ਸਥਾਨ ਦਾ ਨਾਮ ਪਿਆ ਹੋਇਆ। ਅਤੇ ਜਦ ਅਸੀਂ ਇਸ ਪਾਵਨ ਸਥਾਨ ਦੀ ਸਰਦਲ ਦੀ ਧੂੜ ਮਸਤਕ 'ਤੇ ਲਾਉਂਦੇ ਹਾਂ ਅਤੇ ਸਹਿਜ ਸੁਭਾਏ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਡੇ ਜ਼ਿਹਨ ਵਿੱਚੋਂ ਨਿਕਲਦਾ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ 1630 ਈਸਵੀ ਕੀਰਤਪੁਰ ਸਾਹਿਬ ਦੀ ਧਰਤੀ ਔਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਆਮਦ ਹੋਈ ਹੈ। ਬਾਬਾ ਗੁਰਦਿੱਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੰਦਨ ਹੈਗੇ, ਪੁੱਤਰ ਹੈਗੇ। ਅਤੇ ਇਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਲੱਗੇ। ਗੁਰਦੇਵ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਆਮਦ 'ਤੇ ਹੀ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਹਰਿਰਾਏ ਰੱਖਿਆ। ਕਿਉਂ ਰੱਖਿਆ? ਇਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਮਨ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਜਿਹੜਾ ਚਾਨਣ ਸੀ ਉਹ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਸੀ ਔਰ ਬੜੇ ਪ੍ਰੇਮ ਅਤੇ ਭਾਵਨਾ ਦੇ ਨਾਲ ਦਾਦਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਸਮਾਂ ਬਤੀਤ ਕੀਤਾ ਔਰ ਲਾਡ ਵੀ ਲਡਾਇਆ। ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਜਿਹੜੇ ਵੱਡੇ ਭਰਾਤਾ ਸਨ ਉਹ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਤੋਂ ਆਕੀ ਸਨ। ਪਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਸ਼ੁਰੂਆਤ ਤੋਂ ਹੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾਦਾ ਜੀ ਦੇ ਪ੍ਰੇਮ ਦੇ ਵਿੱਚ ਅਤੇ ਗੁਰਬਾਣੀ ਦੇ ਪ੍ਰੇਮ ਵਿੱਚ ਜੁੜੇ ਹੋਏ ਸਨ। ਸਭ ਤੋਂ ਪਹਿਲੀ ਘਟਨਾ ਜਿਹੜੀ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੀ ਅਸੀਂ ਯਾਦ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਬਗੀਚੀ ਲਗਾਈ ਹੈ ਬੜੀ ਵੱਡੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਪ੍ਰੇਮ ਹੈ ਫੁੱਲਾਂ ਬੂਟਿਆਂ ਦੇ ਨਾਲ ਬਗੀਚੀ ਦੇ ਵਿੱਚ। ਅਕਸਰ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਬਗੀਚੀਆਂ ਦੇ ਵਿੱਚ ਫੁੱਲਾਂ ਨੂੰ ਵੇਖਦੇ ਨੇ, ਸੇਵਾ ਕਰਦੇ ਨੇ, ਸੰਭਾਲ ਕਰਦੇ ਨੇ, ਗੱਲਾਂ ਵੀ ਕਰਦੇ ਨੇ ਫੁੱਲਾਂ ਨਾਲ। ਅਤੇ ਇੱਕ ਵਾਰੀ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਪਿੱਛੇ ਪੋਤਾ ਗੁਰੂ ਹਰਿਰਾਏ ਸਾਹਿਬ ਜੀ ਭੱਜਦੇ ਆ ਰਹੇ ਸਨ ਅਤੇ ਉਹਨਾਂ ਦੇ ਪਾਏ ਹੋਏ ਚੋਲੇ ਦੇ ਨਾਲ ਖਹਿ ਕੇ ਕੁਝ ਫੁੱਲ ਅਤੇ ਕਲੀਆਂ ਟੁੱਟ ਗਈਆਂ। ਅਤੇ ਉੱਥੇ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਛੋਟੀ ਉਮਰ ਸੀ, ਰੁਕ ਕੇ ਉੱਥੇ ਹੀ ਬੈਠ ਕੇ ਰੁਦਨ ਕਰਨ ਲੱਗੇ, ਦਿਲਗੀਰ ਹੋ ਗਏ ਕਿਉਂਕਿ ਇਹ ਬੇਜ਼ੁਬਾਨ ਮਾਸੂਮ ਕਲੀਆਂ ਚੋਲੇ ਦੇ ਨਾਲ ਖਹਿ ਕੇ ਟੁੱਟ ਗਈਆਂ। ਇੰਨੇ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਥੋਂ ਲੰਘ ਰਹੇ ਨੇ ਅਤੇ ਦੇਖਦੇ ਨੇ ਜਿਹੜੇ ਪੋਤੇ ਹਰਿਰਾਏ ਜੀ ਨੇ ਉਹ ਦਿਲਗੀਰ ਹੋਏ ਨੇ। ਦਿਲਗੀਰ ਦਾ ਮਤਲਬ ਹੈ ਵੈਰਾਗ ਦੇ ਵਿੱਚ ਨੇ, ਅੱਖਾਂ 'ਚ ਹੰਝੂ ਨੇ ਅਤੇ ਮਾਯੂਸ ਨੇ। ਅਤੇ ਦਾਦਾ ਜੀ ਪੁੱਛਦੇ ਨੇ, ਪੁੱਤਰ ਜੀ ਕੀ ਹੋਇਆ, ਦਿਲਗੀਰ ਕਿਉਂ ਹੋ ਗਏ? ਅਤੇ ਅੱਗੋਂ ਗੁਰੂ ਹਰਿਰਾਏ ਸਾਹਿਬ ਕਹਿੰਦੇ, ਦਾਦਾ ਗੁਰੂ ਜੀ ਚੋਲੇ ਨਾਲ ਖਹਿ ਕੇ ਕਲੀਆਂ ਅਤੇ ਫੁੱਲ ਟੁੱਟ ਗਏ। ਅਤੇ ਸਤਿਗੁਰੂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ ਸਹਿਜ ਸੁਭਾਏ ਕਿਹਾ, ਪੁੱਤਰ ਜੀ ਜਦ ਚੋਲਾ ਪਾਉਣਾ ਹੈ ਨਾ ਫਿਰ ਚੋਲਾ ਸੰਕੋਚ ਕੇ ਚੱਲਣਾ ਹੈ। ਬੜੀ ਵੱਡੀ ਰਮਜ਼ ਹੈ ਇਸ ਬਾਤ ਦੇ ਵਿੱਚ ਕਿ ਜੇ ਚੋਲਾ ਪਾਉਣਾ ਹੈ ਫਿਰ ਚੋਲਾ ਸੰਕੋਚ ਕੇ ਤੁਰਨਾ ਹੈ। ਇਹ ਨਾ ਹੋਏ ਕਿ ਇਸ ਚੋਲੇ ਤੋਂ ਖਹਿ ਕੇ ਕਈਆਂ ਦੇ ਕੋਮਲ ਦਿਲ, ਕਲੀਆਂ ਵਰਗੇ ਕੋਮਲ ਦਿਲ ਟੁੱਟ ਜਾਣ। ਇਹ ਨਾ ਹੋਏ ਕਿ ਇਸ ਚੋਲੇ ਦੇ ਪ੍ਰਭਾਵ ਦੇ ਅਧੀਨ
किसी नूं परेशानी ते दिक्कत का सामना करना पे, भावें कि बाहरों टुटे फुੱਲ ते बाहरों चोले की कली दे नाल या कपड़े नाल खह के ये कुछ वरत्या, पर सतगुरु जी ने एक बड़ा रमजी संदेश ये विच लुकाया कि जद धर्म के मार्ग ते तुरना है ना, तो जरूरी नहीं कि चिट्टा चोला या कोई रंग का चोला पाया होए। जद भी कोई धर्म के मार्ग ते तुरदा है तो वह प्रभु तो प्रेम का चोला लैंदा है, जिन्हों रोज़ जप बाणी विच पढ़ते हैं। करमी आवै कपड़ा नदरी मोख द्वार, बख्शिश रूपी कपड़ा बख्शिश रूपी चोला गुरु तो मिलता है। ये दिसदा नहीं किथे है, केड़ा है। इनू औरा भी कहिंदे है, चौगिरद हमारे रामकार भी कहिंदे है। इनू कहिंदे प्रेम पटोला तै शह दिता टक्कण कूपत मेरी, दाना बिना साई मैंढा नानक सार ना जाना तेरी। दाना बिना साई मैंढा, तू मेरा है वाहिगुरू, पर मैं तेरा अंत थोड़ी पा सकांगा। गुरु हरगोबिंद साहब कहते पुत्रा चोला पाउना है तो चोला संकोच के चलना है, मता किथे दा दिल दुख जाए। और बाणी इस गल के उत्ते बारंबार साडे ध्यान नूं लैके जांदी है कि बाबा फरीद कहंदे ना कि फरीदा जे तू पिरियां दी सिख, जे तेरे अंदर रब की प्राप्ति प्रभु दे सिमरन की खिच है, फिर किसी का दिल ना दुखाई, जान के किसी नूं दुख ना दें, जान के किसी नाल खह के ना लंघी। बल्कि इत्थे ते पर का बुरा न राखो चीत, तुमको दुख नहीं पाही मीत का उपदेश है। फिर उस तो बाद गुरु हरराय साहब महाराज जी ने सारी उम्र अपना चोला संकोच के ही जिंदगी दे पल समा बतीत किया। एक कोई बाहर वाला चोला कला नहीं, मन वाला चोला, किसी ते वधीकी नहीं करनी। 2200 घुड़सवार गुरु हरराय साहब जी को मौजूद ने, पर चढ़ाई नहीं की किसी उत्ते। फौजा ने, प्रसादी हाथी, वड्डे हाथी ने, दौलतां ताकतां ने। 1630 सतगुरु गुरु हरराय साहब जी का प्रकाश है तो 1644 ईस्वी गुरता गद्दी के मालक बनते हैं। गुरु हरगोबिंद साहब जी के ज्योति जोत समावन तो बाद 7वें गुरदेव गुरु हरराय साहब महाराज जी ने ते 17 साल गुरु हरराय साहब महाराज जी गुरता गद्दी के मालक रहे ने। 17 साल ते कुल उम्र सिर्फ गुरु हरराय साहब जी की शरीरिक 31 साल ते 9 महीने ने। चलो 32 साल असीं मान लैंदे। 32 साल की कुल उम्र है गुरु हरराय साहब जी की, 31 साल 9 महीने। 1630 का प्रकाश है तो 1661 अक्तूबर के महीने का गुरु हरराय साहब जी का ज्योति जोत समावना है। उन्हां 31 सालों विचों सतगुरु गुरु हरराय साहब 17 साल सिख जगत दे गुरता गद्दी दे मालक रहे ने, गुरु नानक साहब जी की जोत के मालक रहे ने। ते सब तो वड्डे कारजां विचों जिहड़ा कारज गुरु हरराय साहब ने कीता, वो कीता गुरु ग्रंथ साहब जी की पोथियां दे लिखवाउण दा कारज। सतगुरु जी गुरु हरराय साहब जी के हस्ताक्षर बहुत सारी पोथियां ते मिलते हैं। आप भी गुरु हरराय साहब जी ने पोथियां लिखियां ते सिख संगतां तो लिखवाइयां। जिहड़े गुरु कोल पोथियां गुरु ग्रंथ साहब जी की बीड़ां लिख के लियाउंदे सी वड आकारी, कई कई महीने साल ला के, फिर सतगुरु जी आप पढ़ते सन, गुरसिखां तो उन्हां दे पाठ कराउंदे सन। ते फिर जे वो प्रौढ़ता होंदी सी, बिल्कुल गुरु की बाणी होंदी सी, शुद्ध बाणी होंदी सी, फिर उस बीड़ दे उत्ते हस्ताक्षर करते सन, निशान देंदे सन कि हाँ ये बीड़ गुरु घर गुरु हरराय साहब की प्रमाणित है। फिर वो बीड़ दूरों दराडे मुल्तान की धरती, कदी किथे
कदी किथे गुरु के सिख बाणी पढ़न वास्ते फिर उन्होंने लैके जाते सन। दूसरा वड्डा कारज गुरु हरराय साहब जी ने किया, 9 ਲੱਖਾ बाग लगाया। अज वो बाग उजड़ गया। सिख जगत विच उस बाग दे हुण दर्शन नहीं होंदे। कीरतपुर साहब वो 9 ਲੱਖਾ बाग सी। कई कहते ने कि उस बाग की कीमत 9 ਲੱਖ सी, ते कई कहते ने उत्थे बूटियां की गिणती इन्नी सी। खैर 9 ਲੱਖਾ बाग का मतलब होंदा है बेशकीमती बाग दियां बूटियां, और इन्नी बेशकीमती सी जद देश दा बादशाह, जहां दा बादशाह जहांगीर तो बाद बैठा शाहजहां, शाहजहां दा पुत्र दारा शिको बीमार होया ना, तो उहदी बीमारी दा इलाज ईरान इराक ते वड्डे वड्डे दवाखानियां तो आए वैद भी नहीं कर सके, ना साडे देश दा आयुर्वेद कर सकिया उहदा इलाज, ते ना ईरानी दवाखाने कर सके। ते उन्हां समयां दे विच अंग्रेज़ भी साडी धरती ते आ गए सन। गोरियां दी आमद हो गई सी उस समय, ते दारा शिको दा इलाज नहीं होया। फिर ये इलाज गुरु हरराय साहब महाराज जी के दवाखाने विचों किया गया। दारा शिको नूं जहर दिता गया सी उहदे सके भरा वल्लों। वो जहर सी शेर दी मुछ दा वाल, भोजन विच मिला के दिता गया। शेर दी मुछ दा वाल ढिड विच जाके ना वो बाहर निकलदा ते ना वो गलदा, कच दी तरह अंदर आंतड़ां नूं वड्डदा है। ये पुराने समय उस समय इस जहर रूप दे विच दिता जांदा सी। दिस इज़ नोन एज स्लो पॉइजन एट द टाइम ऑफ मुगल एम्पररशिप। हुण किसी कोल इहदा इलाज नहीं सी कि दारा शिको दुरुस्त किवें होए। दिनों दिन वो घटदा जांदा सी, ते आखिरी उम्मीद सी शाहजहां कोल जे कोई बचा सकता है तो हुण गुरु नानक साहब का घर बचा सकता है। बेनती की गई गुरु नानक साहब जी के घर वाल, गुरु हरराय साहब जी कोल शाहजहां दे दरबार दे दरबारी आए तो उन्होंने कहा कि भी इस तरह दवा की जरूरत है। जब सिखां नूं पता लग्या तो सिखां ने सोचिया कि गुरु इन्हां दी मदद नहीं करनगे तो चंगा है, गुरु ना ही करन, ये वो दरबार है, ये वो थां है, ये वो जालम बिरती है जिन्हां ने पंचम पातशाह गुरु अर्जुन साहब महाराज जी नूं शहीद किया है। ये वो ने जिन्हां ने 4 वारी चढ़ के दादा गुरु हरगोबिंद साहब जी के उत्ते जंगां थोपियां ने, पर जंगां भावें गुरु हरगोबिंद साहब जी जित गए ने, पर ये वधीकी करते आए ने। पर सतगुरु गुरु हरराय साहब ने कहा नहीं, गुरु घर का सिद्धांत ये है जिहड़ा चढ़ के आएगा उन्होंने तेग मिलेगी, जिहड़ा निमरता नाल झुक के आएगा फिर उन्होंने देग मिलेगी, उन्होंने रहमत मिलेगी। ये चढ़ के नहीं आए, हुण ये निमरता नाल झुक के आए ने। जो शरण आवे तिस कंठ लावे, ये बिरध स्वामी संधा। इस घर का ये उपदेश है। गुरु नानक साहब जी ने ये उपदेश दृढ़ कराया कि औखी घड़ी ना देखण दें अपना बिरध समारे। ये इस घर का सब तो वड्डा बिरध है, बुजुर्गी है। कोई इत्थे झुक के आए फिर एक घर उहदी बांह फड़दा है। गुरुदेव गुरु हरराय साहब महाराज जी ने काली हरड़ कुछ तोले, चिट्ठे हाथी दे दंद तो बनी हुई दवा ते सुच्चे मोती नूं पी के खास दवा तैयार की। वो दवा फिर दारा शिको नूं भेजी गई। उसी दवा दे नाल शाहजहां दा पुत्र दारा शिको बचिया ते उहदी जान बची। ये गुरु हरराय साहब जी दे दवा सिर्फ ये एक इतिहासक पक्ष है। गुरु हरराय साहब ने तो किन्नियां नूं नरोआ किया होएगा, कोई गिणती नहीं है। ये जिहड़ा बाणी दा बचन है ना कि बकरी सिंह कत्तै थाए राखै, मन हर जप भरम भवो दूर कीजै।
ਇਹ ਸੱਚ ਸੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੀਰਤਪੁਰ ਸਾਹਿਬ ਦਵਾਖਾਨੇ ਜੰਗਲ ਦੇ ਵਿੱਚ ਜਿਹੜੇ ਪਹਾੜੀ ਧਾੜਵੀ ਇਹ ਪਹਾੜੀ ਰਾਜੇ ਸ਼ਿਕਾਰ ਕਰਨ ਤੁਰਦੇ ਸਨ ਤੇ ਕਈ ਵਾਰੀ ਸ਼ਿਕਾਰ ਕਰਦਿਆਂ ਉਹਨਾਂ ਨੇ ਪਸ਼ੂਆਂ ਦੇ ਉੱਤੇ, ਉਹਨਾਂ ਨੇ ਸ਼ੇਰਾਂ ਚੀਤਿਆਂ ਦੇ ਉੱਤੇ, ਹੋਰ ਜਾਨਵਰਾਂ ਉੱਤੇ ਵਾਰ ਕਰਨੇ, ਤੀਰ ਚਲਾਉਣੇ ਤੇ ਉਹ ਬਚ ਜਾਣੇ ਤੇ ਜ਼ਖਮ ਹੋ ਜਾਣੇ, ਪਰ ਉਹ ਤੜਫਦੇ ਰਹਿੰਦੇ, ਨਾ ਉਹ ਮਰਦੇ ਤੇ ਨਾ ਉਹ ਕਾਬੂ ਆਉਂਦੇ। ਉਹਨਾਂ ਸ਼ੇਰਾਂ ਨੂੰ, ਉਹਨਾਂ ਸਿੰਘਾਂ ਨੂੰ, ਉਹਨਾਂ ਕੀਰਤਪੁਰ ਸ਼ਿਵਾਲਕ ਦੀ ਪਹਾੜੀਆਂ ਵਿੱਚੋਂ ਤੜਫਦੇ ਹੋਏ ਜਨੌਰਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਲੈ ਕੇ ਆਉਂਦੇ ਸੀ ਤੇ ਕੀਰਤਪੁਰ ਸਾਹਿਬ ਉਹਨਾਂ ਦਾ ਇਲਾਜ ਕਰਦੇ ਸੀ, ਉਹਨਾਂ ਦਾ ਇਲਾਜ ਕਰਦੇ ਸੀ। ਔਰ ਬੱਕਰੀ ਤੇ ਸ਼ੇਰ ਉੱਤੇ ਇਕੱਠੇ ਸਨ। ਬੱਕਰੀ ਸਿੰਘ ਕੱਤੈ ਥਾਂ ਰਾਖੈ, ਮਨ ਹਰ ਜਾ ਭਰਮ ਭਉ ਦੂਰ ਕੀਜੈ। ਇਹ ਬਾਣੀ ਦਾ ਬਚਨ ਹੈ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਕੱਤੈ ਥਾਂ ਰਾਖੈ, ਮਨ ਹਰ ਜਾ ਭਰਮ ਭਉ ਦੂਰ ਕੀਜੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਵੈ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਵੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਰ ਤੇ ਪਹਾੜੀ ਰਾਜੇ ਜ਼ਰੂਰ ਆਉਂਦੇ ਸਨ, ਪਰ ਅੰਦਰ ਈਰਖਾ ਰੱਖਦੇ ਸਨ। ਕਿਉਂ? ਗੁਰੂ ਹਰਿਰਾਏ ਸਾਹਿਬ ਜੀ ਦੇ ਦਰ ਤੇ ਪ੍ਰਸਾਦੀ ਹਾਥੀ ਸਨ, ਚਿੱਟੇ ਹਾਥੀ ਸਨ, 2200 ਘੁੜਸਵਾਰ ਸਨ। ਉਹ ਜੈਲਸ ਕਰਦੇ ਸੀ ਕਿ ਸਾਡੀਆਂ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਸੰਪਰਦਾਵਾਂ ਨੇ, ਰਾਜ ਹੈ ਉਹ ਕਿੰਨਾ ਪੁਰਾਣਾ ਹੈ, ਪਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਹੁਣੇ ਹੀ ਆ ਕੇ ਇੱਥੇ ਕੀਰਤਪੁਰ ਦੀ ਪਹਾੜੀਆਂ 'ਚ ਵਸੇ ਨੇ, ਪਰ ਇਹਨਾਂ ਦੀ ਸ਼ੋਭਾ ਸਾਡੇ ਤੋਂ ਕਿੰਨੀ ਜ਼ਿਆਦਾ ਹੈ। ਪਰ ਇਹ ਸ਼ੋਭਾ ਗੁਰੂ ਦੀ ਹੈ, ਇਹ ਸ਼ੋਭਾ ਨਾਮ ਦੀ ਹੈ, ਔਰ ਇਸ ਸ਼ੋਭਾ ਨੂੰ ਕੋਈ ਖੋ ਨਹੀਂ ਸਕਦਾ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਤੇ ਭਾਈ ਨੰਦ ਲਾਲ ਜੀ ਲਿਖਦੇ ਨੇ ਗੁਰੂ ਹਰਿਰਾਏ ਸਾਹਿਬ ਦੀ ਸ਼ੋਭਾ ਕਿੰਨੀ ਸੀ। ਹੱਕ ਪਰਵਰ ਹੱਕ ਕੇਸ਼, ਗੁਰ ਕਰਤਾ ਹਰਿਰਾਏ। ਸੁਲਤਾਨ ਹਮ ਦਰਵੇਸ਼, ਗੁਰ ਕਰਤਾ ਹਰਿਰਾਏ। ਹੱਕ ਸੱਚ ਦਾ ਮਾਲਕ ਹੈ ਗੁਰੂ ਹਰਿਰਾਏ ਸਾਹਿਬ ਸੱਚਾ ਪਾਤਸ਼ਾਹ ਮਹਾਰਾਜ। ਸਭ ਦਾਤਾਂ ਦੇਣ ਵਾਲੇ ਨੇ ਗੁਰੂ ਹਰਿਰਾਏ ਸਾਹਿਬ। ਸੁਲਤਾਨ ਹਮ ਦਰਵੇਸ਼, ਸੁਲਤਾਨੀ ਵੀ ਹੈ। ਵੱਡੇ ਵੱਡੇ ਬਾਦਸ਼ਾਹਾਂ ਦੇ ਜਾਹੋ ਜਲਾਲ ਫਿੱਕੇ ਪੈਂਦੇ ਆ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਨੂੰ ਵੇਖਦਿਆਂ। ਤੇ ਫਿਰ ਜਦ ਦਰਵੇਸ਼ੀ ਦੀ ਗੱਲ ਕਰਦੇ ਆ, ਦਰਵੇਸ਼ੀ ਜਾਣਦੇ ਹੋ ਕੀ ਹੁੰਦੀ ਹੈ? ਫਕੀਰੀ, ਨਿਮਰਤਾ। ਇੱਕ ਸਾਖੀ ਤੁਸੀਂ ਜਾਣੋ ਹੋ ਮਾਈ ਤਾਬੋ ਦੀ, ਗੁਰੂ ਹਰਿਰਾਏ ਸਾਹਿਬ ਨਾਲ ਜੁੜਦੀ ਹੈ। ਮਾਏ ਤਾਬੋ ਕੀਰਤਪੁਰ ਦੀ ਰਹਿਣ ਵਾਲੀ ਇੱਕ ਬੁੱਢੜੀ ਔਰਤ ਹੈ, ਵਸਨੀਕ ਉੱਥੇ ਦੀ ਹੈ, ਪਰ ਰੱਬ ਦੀ ਰਹਿਮਤ ਦੇਖੋ, ਘਰ 'ਚ ਇੰਨਾ ਅੰਨ ਧਨ ਨਹੀਂ ਕਿ ਆਪਣੇ ਮਨ ਦੇ ਵਿੱਚ ਆਏ ਖਿਆਲਾਂ ਤੇ ਮਨੋਕਾਮਨਾਵਾਂ ਨੂੰ ਪੂਰਾ ਕਰ ਸਕੇ। ਮਨ 'ਚ ਕੀ ਖਿਆਲ ਸੀ ਕਿ ਗੁਰੂ ਹਰਿਰਾਏ ਸਾਹਿਬ ਦੇ ਜਦ ਦਰਬਾਰ 'ਚ ਜਾਓ ਤੇ 36 ਤਰ੍ਹਾਂ ਦੇ ਪ੍ਰਸ਼ਾਦੇ ਲੰਗਰ ਚੱਲ ਰਹੇ ਹੁੰਦੇ ਆ, ਪਕਵਾਨ ਹੁੰਦੇ ਨੇ, ਦੇਸੀ ਘਿਓ ਦੀਆਂ ਖੀਰਾਂ, ਰਹਿਮਤਾਂ, ਮਿੱਠਾ, ਸਲੂਣਾ, ਹਰ ਤਰ੍ਹਾਂ ਦੀ ਰਹਿਮਤ ਹੈ। ਤੇ ਉਹਦੇ ਮਨ 'ਚ, ਮਾਈ ਤਾਬੋ ਦੇ ਮਨ 'ਚ ਆਉਂਦਾ ਸੀ ਕਿ ਕਿੱਥੇ ਮੇਰੇ 'ਤੇ ਰਹਿਮਤ ਹੋਏ ਤੇ ਮੈਂ ਵੀ ਗੁਰੂ ਹਰਿਰਾਏ ਸਾਹਿਬ ਲਈ ਕੁਛ ਪਕਾ ਕੇ ਲੈ ਕੇ ਜਾਵਾਂ ਪ੍ਰਸ਼ਾਦਾ, ਮੈਂ ਆਪਣੇ ਹੱਥੋਂ ਖਿਲਾਵਾਂ, ਕਵਾਂ ਹੇ ਸਤਵੇਂ ਗੁਰਦੇਵ, ਹੇ ਬਾਦਸ਼ਾਹ, ਹੇ ਸੁਲਤਾਨ, ਹੇ ਦਰਵੇਸ਼, ਅੱਜ ਮਾਈ ਤਾਬੋ ਦੇ ਹੱਥੋਂ ਵੀ ਕੁਛ ਛਕ ਲੈ। ਪਰ ਜਦ ਆਪਣੇ ਘਰਾਂ ਵੱਲ ਵੇਖਦੀ, ਆਪਣੀ ਰਸੋਈ, ਆਪਣੇ ਘਰ ਦੇ ਵਿੱਚ ਪਏ ਹੋਏ ਅੰਨ ਮਾਲ ਵੱਲ ਵੇਖਦੀ ਤੇ ਮਾਯੂਸ ਹੋ ਜਾਂਦੀ ਕਿ ਘਰ ਵਿੱਚ ਤੇ ਦੇਸੀ ਘਿਓ ਵੀ ਨਹੀਂ ਹੈ ਕਿ ਸੁੱਕਾ ਪ੍ਰਸ਼ਾਦਾ ਬਣਾ ਕੇ ਲੈ ਕੇ ਜਾਵਾਂਗੀ ਮੈਂ ਗੁਰੂ ਪਾਤਸ਼ਾਹ ਲਈ। ਕੋਈ ਚੰਗਾ ਸਲੂਣਾ ਬਣਾਉਣ ਵਾਸਤੇ ਇੰਨਾ ਵੀ ਨਹੀਂ ਕਿ ਮੈਂ ਕੁਝ ਸਵਾਦਲੀ ਚੀਜ਼ਾਂ ਬਣਾ ਦਾਂ, ਇਹ ਵੀ ਨਹੀਂ, ਸਿਰਫ ਸਰਫੇ ਦਾ ਖਾਂਦੀਆਂ ਤੇ ਗੁਰੂ ਹਰਿਰਾਏ ਸਾਹਿਬ ਦਾ ਸ਼ੁਕਰ ਕਰਦੀਆਂ। ਭਾਵੇਂ ਮੈਂ ਸੁੱਕੀ ਖਾਵਾਂ, ਰੁੱਖੀ ਖਾਵਾਂ, ਪਰ ਮੇਰਾ ਮਨ ਹੈ ਕਿੱਥੇ ਮੈਂ ਚੋਪੜੀਆਂ ਗੁਰੂ ਹਰਿਰਾਏ ਸਾਹਿਬ ਨੂੰ ਕਦੀ ਛਕਾ ਦਾਂ। ਇੱਕ ਦਿਨ ਮਨ 'ਚ ਖਿਆਲ ਆਇਆ, ਫੁਲਕਾ ਬਣਾਉਂਦੀ ਹੈ ਤੇ ਬਣਾਉਂਦੇ ਬਣਾਉਂਦੇ ਰੁਕ ਗਈ। ਕਹਿੰਦੀ ਨੀ ਮਾਈ ਤਾਬੋ,
जिथे 36 प्रकार दे लंगर चौपड़े प्रशादे गुरु के सिख छकदे ने, गुरु के सिखां नूं देसी घ्यो दीयां खीरां मिलदियां ने, तूं सुक्का प्रशादा गुरु लई लैके जा रही है, किहड़े मूँह नाल लैके जाएंगी कि गुरु के सिख तैनूं गां अगे वधण देणगे कि आ सुक्का प्रशादा ले आई है। रुक गई, कहंदी किहड़े मूँह नाल लैके जावां मैं ये सुक्का ते रुखा। पर मन दे अंदर ऐसा उबाला आया, ऐसी लहरां उठियां प्रेम दियां, घर दे विच जिन्ने अन्न दे दाणे सन ना, कणक दे दाणे, एक एक दाणे दे उत्ते पाठ करके मूल मंत्र दा उन्हें दाणे साफ कीते कणक दे। माई ताबो ने प्रेम, देखो प्रेम, एक एक कणक दे दाणे उत्ते, अन्न दे दाणे उत्ते उन्हें पाठ कीता। फिर जद उन्हां दाणियां नूं चक्की विच पा के पी आ, कहंदे बाणी पढ़ पढ़ के गुरु का शब्द उन्हें आटा तैयार किया ते गुरु गुरु करदी उन्हें पेड़ा बनाया, चुल्हा बालिया, नाल उत्ते रखिया तवा ते ऐ वेल के जिस वेले उन्हें फुलका पाया ना, कहंदी ये फुलका ते गुरु हरराए साहब नूं ही छकाउणा है। प्रेम है। फुलका उन्हें तैयार किया ते नाल पौना लिया, उहदे विच पा के उन्हें लपेटिया, अपनी कखां दी कुल्ली दे दरवाजे वल पहुंची कि चलो किसी तरह मैं गुरु हरराए साहब कोल पहुंचा। गुरु प्रवान करे ना करे, ये गुरु दी मौज है। मेरे मन दी बेदन ये है कि ये फुलका मैं गुरु नूं छकाना है, ये मैं लैके तुरी हाँ गुरु वल। बूआ खोलिया, बूआ भेड़न लगी, अपनी कखां दी कुल्ली दा पैर उत्थे ही जम गए। नी माई अंदरों आवाज़ां आईयां, ताबो वेख तां सही किन्ना रुखा मिसा। फिर मन च आ गया कि है तो प्रशादा रुखा ही, पौने च एक ही प्रशादा लै तुरी हाँ। रुक गई, पैर जम गए कि सतगुरु किहड़े मूँह नाल लैके आवां। उथों गुरु हरराए साहब अपने दरबार तो उठे ने, जोड़ियां च पैर पाया, ਸਿੰਘਾਂ ਨੂੰ ਕਿਹਾ लियाओ मेरा जान भाई घोड़ा लैके आओ। महाराज जी की हो गया, किथे? सतगुरु जी कहते कुछ नहीं होया, घोड़ा लियाओ। काठी तैयार की, छाल मार के सतगुरु जी घोड़े ते बैठे ते भजा के घोड़ा ताबो दे घर पहुँच गए। प्यार देखो गुरु हरराए साहब दा। हक परवर हक केश गुर करता हर राय, सुल्तान हम दरवेश दरवेशी देखो। ते पिछे सिंह भी फिर दबो दबी पहुंचे, गुरु साहब जिथे तुरे ने सिंह भी पिछे पिछे। ताबो दी कखां दी कुल्ली दे बाहर गुरु साहब दा घोड़ा पहुंच गया। महाराज ने आवाज मारी, माई बुआ खोल, माई। अंदरों आवाज आई, कौन कौन आ गया? ते महाराज कहते जिदे वाल तुरी सैं, जिन्हों आवाजा मारदी सैं, हुण वो आप आ गया ते पुछदी कौन है? बूआ खोल के बाहर वेख्या ते गुरु हरराए साहब घोड़े ते बैठे। ते महाराज गुरु हरराए साहब कहते माई फिर छकाना नहीं फुलका जिहड़ा बनाया। आ देखो गुरु दा प्रेम, ये गाथा, ये अंदर दी खिच, अंदर दी प्रेम दी शिखर नूं बयान करती है। सतगुरु जी ने हाथ नहीं धोए, घोड़े ते बैठियां बैठियां वो पौना फड़िया, फुलका खोलिया ते सतगुरु जी ने वो बुरकी मूँह च पाई। किन्ने आनंद नाल सतगुरु एक एक दाणे उत्ते जिन्ने पाठ करके तैयारी की होए। ते जद सतगुरु जी नूं देखिया कि मेरे हत्थां दा बनिया होया सतगुरु जी ने प्रवान कीता, मत बौरी हो गई, प्रेम दे विच भुल गई सब कुछ। दो ही चीज़ां विच बंदे दी मत गवाच जाती है, जां तां क्रोध दे विच वो मत दा ऐसा पुट्ठा गेड़ चलदा है कि कुछ बोल दिंदा है, जां प्रेम दे विच गुस्से वाला बोलिया होया प्रवान नहीं होंदा संसार नूं।
पर प्रेम विच बोलिया होया जो भी बोलिया हुंदा ना, वो बाहरों भुल चुक बोलदे भी खरे हर भाणे, वो तो रब की दरगाह तक भी प्रवान हुंदा है। गुरु नूं वेख के मत फिर गई, प्रेम इन्ना सी ते गुरु साहब प्रशादा छकी जाण ते माई ताबो बोली जाए, हे पातशाह तू गुनाहगार ते मैं बख्शणहार। पुट्ठी पै गई ना मत, गेड़ पुट्ठा पै गया। बोलना तो ये सी कि मैं गुनाहगार तुसीं बख्शणहार, मैं गुनाहगार। बस गेड़ सुरती गवाच गई प्रेम च। होया कि गुरु आप आ गए, सच्चे पातशाह दिल दी जानन वाले गुरु हर साहब आप पहुँच गए। बोलन लग गई, तुसी गुनाहगार मैं बख्शणहार, तुसी गुनाहगार। चेहरा वेखी जाए, महाराज मुस्कराई जाण, नाल छकी जाण, नाल मुस्कराई जाण, नाल ताबो नूं वेखी जाण। हंजुआं दी छैबरां लग गईयां माई ताबो दियां अखां चों। सिंह गुरु के अगे आउण लगे, बोलण लगे, माई की गुस्ताखी करदियां। सतगुर कहंदे ना, इहदे लफ्ज़ ना देखो, इहदे प्रेम देखो। वो बाहरों भुल चुक बोलदे भी खरे हर भाणे। किन्नी क खरी है इहदा प्रेम, किन्ना खरा है, बिल्कुल नहीं बोलना। इनू अपने प्रेम जिहड़ा इहदा वहण अंदरों प्रेम दा वह, इनू वह लण दिओ, इनू बन ना लाओ। मैं बख्शनहार गुरु तू गुनाहगार, मैं बख्शनहार। सतगुर ने कहा, नहीं माई ताबो होर भी कुछ कहना है? कहंदी नहीं सच्चे पातशाह मैं बख्शनहार तू गुनाहगार। तो जद सुरत आई ना, कहंदी मैनू बख्श। फिर चुप हो गई, कहंदी मैं की बोलता। फिर पैरां नूं फड़े गुरदेव पिता दे, महाराज जी ने सिर ते हथ रखिया, माई ताबो तेरा प्रेम प्रवान है। ये रुखा मिसा इस दर ते कदी नहीं। गुरदेव पिता लई कदी चोपड़ियां ते रुखे मिस्से च भेत नहीं रहा। जिदे अंदर प्रेम होए ਉਹਦਾ रुखा भी सतगुरु जी कहते 36 प्रकार के भोजन तो स्वाद लै। सब रस मिठै मनिया सुनिया सालूणै, खट तुरसी मुख बोलना मारण नाद किए, 36 अमृत भाव एक जाको नदर करे। जिहड़ा गुरु दे हुक्म नूं मान ले ना, सब तो मिठा स्वादला भोजन है गुरु दे हुक्म नूं मनना। कोई गुरु दे उपदेश नूं सुन ले, सलूना खाण दा मन होए तो गुरु दा उपदेश सुने कोई, उन्होंने सलूने दा स्वाद आ जाएगा। खट तुरसी मुख बोलना, जे खट्टे खाण दा मन है मुख तो फिर कोई बाणी उचारे गुरु दी। मारण नाद कीए, जे मसालियां दा खाण दा मन है फिर टिक के गुरु दा कीर्तन करो। 36 अमृत भाओ एक, जे 36 प्रकार दा भोजन है फिर अंदर दा प्रेम होए, रुखी मिस्सी विचों भी 36 प्रकार दा स्वाद आउंदा है। ते अज भी गुरु के सिखो भैणों माताओ, घर विच प्रशादा बनाउण लग्या गुरु गुरु करोगे ना, उत्थे भी रहमत है गुरु हर राय साहब दी। कली ये साखी ने, एक साखी काबुल दे सिख दी साखी है। काबुल तो गुरु का सिख गुरु हर राय साहब जी दे चरणा विच अरजोई करदा है ते घुट के सुरत नाल चरण फड़ लैंदा है, सतगुरु जी मैनू बख्श दिओ। ते सतगुरु जी सारा दिन दरबार तो उठ के नहीं आउंदे। सिख 3 वारी आउंदे, महाराज 2 वारी प्रशादा तुसां ने छकिया नहीं, ठंडा हो गया, गल की है? महाराज कहंदे जिस सिख ने मेरे घुट के चरण फड़े ने, छड्डे ते तां मैं तुरा ना। सुरत करके सतगुरु जी ने आ जिहड़ा पटियाले दा महाराजा अमरिंदर कैप्टन, ये सारियां नूं ये महाराजी किन्ने दिती है? गुरु हर राय साहब ने दिती है। भाई साहब जी का जत्था आ गया, चंगी तरह जान। महराज पिंड गुरु हर राय, मालवे की धरती ते गुरु हर राय साहब गए, उथे 2 बच्चे खाली ढिड वजाउंदे गुरु कोल आए सी। ढिड खाली सी, माता पिता का साया सिरों उठ गया सी। चाचा लैके आए सी उन्हों का गुरु हर राय साहब को। महाराज कहते ये कौन ने? कहते इन्हों के सिर ते माँ बाप नहीं है, ढिड वजा के गुरु की उस्तत की उन्होंने बच्चिया ने। तो उन्होंने चाचा कहना महाराज कुछ इन्हों दे दो। महाराज कहते खुशी विच कहते चलो तुहानूं नवाबियाँ दित्तियां। ये नवाबियाँ जिहड़ियां गुरु हर राय साहब दियां दित्तियां होईयां ने।
ਇਹ ਜਿੰਨੀ ਅੱਗੇ ਨਵਾਬੀਆਂ ਪ੍ਰਫੁੱਲਿਤ ਹੋਈਆਂ, ਭਾਵੇਂ ਉਹ ਕਪੂਰਥਲਾ ਦੀ ਨਵਾਬੀ ਹੈ ਔਰ ਇਹ ਪਟਿਆਲੇ ਦੀ, ਇਹ ਗੁਰੂ ਹਰਰਾਏ ਸਾਹਿਬ ਦੀ ਰਹਿਮਤਾਂ ਨੇ। ਇਤਿਹਾਸ ਬਹੁਤ ਸੂਖਸ਼ਮ ਗੁਰੂ ਹਰਰਾਏ ਸਾਹਿਬ ਦੇ ਚੱਲਦੇ ਨੇ। ਸਤਿਗੁਰੂ ਜੀ ਨੇ ਸਫ਼ਰ ਵੀ ਬੜਾ ਕੀਤਾ, ਮਾਲਵੇ ਦੀ ਧਰਤੀ ਵਾਲੇ ਪਾਸੇ ਇੱਥੇ ਪੰਜਾਬ ਦਾ ਸਫ਼ਰ ਬੜਾ ਹੈ ਗੁਰੂ ਹਰਰਾਏ ਸਾਹਿਬ ਦਾ। ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਨੇ ਸ਼ਾਹੀ ਕੀ ਵਿਧੀ ਵੀ ਤਿਆਰ ਕੀਤੀ। ਸਿਰ ਸ਼ਾਹੀ ਵੱਜਣ ਕੱਜਲ ਬੋਲ, ਇੱਕ ਰੱਤੀ ਸੋਇਨਾ ਵਿਜੇ ਸਾਰ ਕੀ ਬੂਟੀ, ਲਾਜ ਵਰਦਾ ਤਾਮੇ ਕਾ ਭਾਂਡਾ, ਦਿਨ ਵੀ ਕਸਣੀ ਰਵਾਲ ਰੱਖਣੀ। ਤੇ ਸਾਡੇ ਵਿਦਵਾਨ ਇਹ ਮੰਨਦੇ ਨੇ ਜਿਹੜੀ ਵਿਜੇ ਸਾਰ ਕੀ ਬੂਟੀ ਹੈ, ਇਹ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਜੇ ਕਿਸੇ ਨੇ ਪ੍ਰਗਟ ਕੀਤੀ ਹੈ ਤੇ ਗੁਰੂ ਹਰਰਾਏ ਸਾਹਿਬ ਇਹਨਾਂ ਨੂੰ ਬਾਹਰ ਲੈ ਕੇ ਆਏ। ਬੜਾ ਗਿਆਨ ਸੀ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਨੂੰ ਬੂਟੀਆਂ ਦਾ। ਨਸ਼ਾ ਮੁਕਤੀ ਕੇਂਦਰ ਗੁਰੂ ਅਰਜੁਨ ਸਾਹਿਬ ਜੀ ਤੋਂ ਬਾਅਦ ਜਿਹੜਾ ਵੱਡਾ ਖੁੱਲ੍ਹਿਆ, ਉਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਖੁੱਲ੍ਹਿਆ, ਕਿਉਂਕਿ ਔਰੰਗਜ਼ੇਬ ਨੇ ਨਸ਼ੇ ਦਾ ਪ੍ਰਚਾਰ ਬੜਾ ਕਰਾਤਾ ਸੀ। ਉਹਨੇ ਕਿਹਾ ਸੀ ਜਿਸ ਪਿੰਡ ਵਿੱਚ ਕੋਈ ਤੰਬਾਕੂ ਲਗਾਏਗਾ ਮੈਂ ਉਹਨੂੰ ਵਜੀਫਾ ਦੇਵਾਂਗਾ, ਉਸ ਪਿੰਡ ਦਾ ਮੈਂ ਕਰ ਮਾਫ ਕਰਾਂਗਾ। ਕਿਉਂ? ਉਹਨੂੰ ਪਤਾ ਸੀ ਭਾਈ ਇਵੇਂ ਤੇ ਸਲਤਨਤ ਕਾਬੂ ਨਹੀਂ ਆਉਣੀ, ਨਸ਼ੇ 'ਚ ਲਾ ਦਿਓ ਤੇ ਫਿਰ ਕਿਹੜਾ ਜ਼ੋਰ ਲਾਉਣਾ ਪਏਗਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਲਵੇ ਸੰਗਰੂਰ ਵਾਲੇ ਪਾਸੇ ਤੁਸੀਂ ਕਹਾਂ ਜਾਓ, ਗੁਰਦੁਆਰਾ ਹੈ ਜਿੱਥੇ ਸਤਿਗੁਰੂ ਗੁਰੂ ਹਰਰਾਏ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਨਹੀਂ ਵਧਿਆ ਸੀ ਅੱਗੇ। ਕਿਉਂ? ਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਘੋੜਾ ਤੰਬਾਕੂ ਦੇ ਖੇਤਾਂ 'ਚ ਨਹੀਂ ਗਿਆ ਸੀ। ਔਰ ਇਸ ਤੰਬਾਕੂ ਦੀ ਪਿੜ ਗੁਰੂ ਹਰਰਾਏ ਸਾਹਿਬ ਜੀ ਦੇ ਵੇਲੇ ਪੈ ਗਈ ਸੀ ਤੇ ਗੁਰੂ ਹਰਰਾਏ ਸਾਹਿਬ ਨੇ ਨਾਮ ਦਿੱਤਾ ਸੀ ਜਗਤ ਜੂਠ। ਤੰਬਾਕੂ ਤੇ ਹੁੱਕਾ ਜਗਤ ਜੂਠ ਹੈ, ਜਿਹੜਾ ਮੂੰਹ ਨੂੰ ਲਾਏਗਾ ਉਹ ਗੁਰੂ ਦੇ ਦਰ 'ਤੇ ਨਹੀਂ ਆਏਗਾ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਵੀ ਇਸ ਜਗਤ ਜੂਠ ਤੰਬਾਕੂ ਦੀ ਬੜੀ ਰੋਕ ਲਾਈ ਗਈ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਵੀ। ਖੈਰ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਜਿਹੜੀ ਲੜੀ ਹੈ, ਹੁਣ ਆਪ ਸੰਗਤਾਂ ਨਾਲ ਕੱਲ੍ਹ ਨੂੰ ਸਾਂਝ ਪਾਵਾਂਗੇ। ਇੱਥੇ ਜਿੱਥੇ ਵਿਜੇ ਸਾਰ ਕੀ ਬੂਟੀ ਹੈ, ਤੇ ਇੱਕ ਸਾਖੀ ਦਾ ਤੁਹਾਨੂੰ ਜ਼ਿਕਰ ਜ਼ਰੂਰ ਚੇਤੇ ਹੋਵੇਗਾ। ਜਦ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਮਨ ਜਾਗੈ ਕਿ ਇਹ ਨਿਸ਼ਾਨੀ, ਮੀਠੀ ਲਾਗੈ ਪ੍ਰੈ ਕੀ ਬਾਣੀ। ਇਹ ਗੁਰੂ ਹਰਰਾਏ ਸਾਹਿਬ ਜੀ ਦੇ ਬਚਨ ਨੇ, ਇਤਿਹਾਸਕ ਤਵਾਰੀਖ ਬਾਣੀ 'ਤੇ ਨਹੀਂ ਹੈਗੇ। ਜਦ ਸਤਿਗੁਰੂ ਕੋਲ ਗੁਰੂ ਕੇ ਸਿੱਖ ਆਏ ਸਨ, ਕਹਿੰਦੇ ਜੀ ਬਾਣੀ ਪੜ੍ਹਦੇ ਹਾਂ ਪਰ ਸਮਝ ਨਹੀਂ ਆਉਂਦੀ ਬਾਣੀ ਦੇ ਅਰਥ ਕੀ ਨੇ। ਫਿਰ ਮਹਾਰਾਜ ਕਹਿੰਦੇ ਕੀ ਕੀਤਾ? ਕਹਿੰਦੇ ਬਾਣੀ ਪੜ੍ਹਨੀ ਛੱਡਤੀ ਸਿੱਖ। ਕਹਿੰਦੇ ਜਦ ਸਮਝ ਨਹੀਂ ਆਉਣੀ ਤੇ ਪੜ੍ਹ ਕੇ ਕੀ ਕਰਨੀ। ਮਹਾਰਾਜ ਕਹਿੰਦੇ ਨਾ ਗੁਰੂ ਕੇ ਸਿੱਖੋ, ਇਹ ਕੋਈ ਗੱਲ ਥੋੜ੍ਹੀ ਹੈ ਕਿ ਬਾਣੀ ਤੇ ਔਸ਼ਧੀ ਹੈ। ਇਹ ਜ਼ਰੂਰੀ ਥੋੜ੍ਹੀ ਹੈ ਕਿ ਹਰ ਮਰੀਜ਼ ਨੂੰ ਔਸ਼ਧੀ ਦਾ ਗਿਆਨ ਹੋਏ, ਪਰ ਫਿਰ ਵੀ ਬਿਨਾਂ ਗਿਆਨ ਤੋਂ ਵੀ ਉਹ ਕਿਸੇ ਦੀ ਗੱਲ ਮੰਨ ਕੇ, ਵੈਦ ਦੀ ਗੱਲ ਮੰਨ ਕੇ ਜੇ ਔਸ਼ਧੀ ਲੈ ਲੇ ਤਾਂ ਵੀ ਉਹਦੇ ਉੱਤੇ ਅਸਰ ਕਰਦੀ ਹੈ। ਭਾਵੇਂ ਬਾਣੀ ਸਮਝ ਆਏ ਨਾ ਆਏ, ਇਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਸਿੱਖ ਦਾ ਫਰਜ਼ ਹੈ ਕਿ ਬਾਣੀ ਨੂੰ ਪੜ੍ਹਨਾ, ਇਸ ਬਾਣੀ ਦਾ ਅਸਰ ਹੋਏਗਾ। ਤੇ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਕਿਵੇਂ ਹੋਏਗਾ? ਫਿਰ ਸਤਿਗੁਰੂ ਜੀ ਨੇ ਉਹ ਸਾਖੀ ਜਿਹੜੀ ਚੱਲਦੀ ਹੈ, ਜਿਹੜੀ ਠੀਕਰੀਆਂ ਭੰਨੀਆਂ ਭੱਜੀਆਂ ਹੋਈਆਂ ਠੀਕਰੀਆਂ ਪਈਆਂ ਸਨ, ਉਹ ਚਮਕਣ ਲੱਗ ਗਈਆਂ ਧੁੱਪ ਵਿੱਚ। ਫਿਰ ਸਤਿਗੁਰੂ ਜੀ ਨੇ ਪੁੱਛਿਆ ਸੀ ਠੀਕਰੀਆਂ ਕਿਉਂ ਚਮਕਦੀਆਂ ਨੇ? ਤੇ ਸਿੱਖ ਕਹਿੰਦੇ ਮਹਾਰਾਜ ਸਵਾਣੀਆਂ ਨੇ ਇੱਥੇ ਕਦੀ ਘਰਾਂ ਵਿੱਚ ਘਿਓ ਤੇ ਮੱਖਣ ਰੱਖਿਆ ਹੋਏਗਾ, ਹੁਣ ਇਹ ਠੀਕਰੀਆਂ ਭੱਜ ਗਈਆਂ ਨੇ, ਇਹਨਾਂ ਦੇ ਅੰਦਰ ਇਹਨਾਂ ਦੇ ਰੋਮ ਰੋਮ ਵਿੱਚ ਘਿਓ ਤੇ ਮੱਖਣ ਚਲਾ ਗਿਆ, ਹੁਣ ਧੁੱਪ ਪੈਂਦੀ ਹੈ ਤੇ ਇਹ ਮੱਖਣ ਬਾਹਰ ਪ੍ਰਗਟ ਹੁੰਦਾ ਹੈ ਤੇ ਚਮਕਦੀਆਂ ਨੇ। ਮਹਾਰਾਜ ਕਹਿੰਦੇ ਬਸ ਇਹੀ ਹੈ, ਤਨ ਰੂਪੀ ਠੀਕਰੇ ਦੇ ਵਿੱਚ ਨਾਮ ਰੂਪੀ ਮੱਖਣ, ਬਾਣੀ ਰੂਪੀ ਮੱਖਣ ਪਾਓ, ਠੀਕਰਾ ਸਲਾਮਤ ਹੋਏਗਾ। ਤਾਂ ਵੀ ਨਾਮ ਵਿੱਚ ਭਰਿਆ ਰਹੇਗਾ। ਜਿਸ ਦਿਨ ਠੀਕਰਾ ਭੱਜ ਵੀ ਗਿਆ, ਜੇ ਤਪ ਤੇਜ ਵੀ ਇਹਨੂੰ ਲੱਗੇਗਾ, ਤੱਤੀ ਵਾਹ ਵੀ ਲੱਗੇਗੀ ਤੇ ਬਾਣੀ ਇਹਦੇ ਵਿੱਚੋਂ ਆਪ ਹੀ ਪ੍ਰਗਟ ਹੋ ਜਾਏਗੀ। ਸੋ ਇਹ ਸਾਰੀਆਂ ਗਾਥਾਵਾਂ ਆਪ ਸੰਗਤਾਂ ਦੇ ਨਾਲ ਕੱਲ੍ਹ ਨੂੰ ਕਰਾਂਗੇ। ਮੇਰੇ ਅਤ ਸਤਿਕਾਰਯੋਗ ਵੱਡੇ ਵੀਰ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ, ਇਹਨਾਂ ਦਾ ਜੱਥਾ ਢਾਡੀ ਜੱਥਾ ਆਪ ਸੰਗਤਾਂ ਦੇ ਸਨਮੁਖ ਪਹੁੰਚ ਚੁੱਕਾ ਹੈ। ਖਾਲਸਾ ਸਿਰਜਣਾ ਦਿਵਸ, ਖਾਲਸਾ ਪ੍ਰਗਟ ਦਿਹਾੜੇ ਦੀਆਂ ਕਮਾਲ ਦੀਆਂ ਬਾਤਾਵਾਂ, ਕਮਾਲ ਦਾ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ। ਜਿਸ ਲੜੀ ਨੂੰ ਇਹ ਲੈ ਕੇ ਤੁਰੇ ਹੋਏ ਨੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਿੱਥੇ ਗੁਰੂ ਨੇ ਕਿਹਾ ਉਥੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਜਬ ਲਗ ਖਾਲਸਾ ਰਹਿ ਨਿਆਰਾ,
तब लग तेज दियो मैं सारा, जब ए गह विप्रन की रीत, मैं न करूं इनकी प्रतीत। भुलां चुकां दी खिमा। आओ जी सरवण करिए ढाडी वारां नूं, गज के फतेह बुलाओ आखो जी वाहिगुरू जी का खालसा वाहिगुरू जी की फतेह। नाम वाहिगुरू सतनाम सतनाम ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤ